अगली लाइन है जी, वेयर द माइंड इज़ लेड फॉरवर्ड बाय द इनटू ओवर वाइड एवर वाइडनिंग thought and action, led forward the ever widen thought action। ਤਾਂ ਇਹਨਾਂ ਦੇ ਮੀਨਿੰਗ ਨੇ, ਲੈਡ ਮਤਲਬ ਲੀਡ ਕਰਨਾ, ਜਿਵੇਂ ਤੁਸੀਂ ਲੀਡਰ ਦੇ ਵਿੱਚ ਦੇਖਦੇ ਹੋ ਜਿਹੜਾ ਕਿ ਕਿਸੇ ਕੰਮ ਵਾਸਤੇ ਸਭ ਤੋਂ ਅੱਗੇ ਲੱਗਦਾ, ਉਹਨੂੰ ਆਪਾਂ ਲੀਡਰ ਕਹਿੰਦੇ ਹਾਂ। ਜਾਣੀ ਕਿ ਜਿਹੜਾ ਸਭ ਲੀਡ ਕਰਕੇ ਕੰਮ ਕਰਦਾ ਉਹਨੂੰ ਆਪਾਂ ਲੀਡਰ ਕਹਿੰਦੇ ਹਾਂ। ਤਾਂ ਲੀਡ ਦੀ ਸੈਕੰਡ ਫਾਰਮ ਹੈ ਲੈਡ। ਠੀਕ ਹੈ ਜੀ। ਅੱਗੇ ਹੈ ਫਾਰਵਰਡ। ਫਾਰਵਰਡ ਅੱਗੇ, ਮੂਹਰੇ। ਦੀ ਇੱਕ ਪੁਰਾਣਾ ਸ਼ਬਦ ਹੈ ਯੂ ਦੇ ਵਾਸਤੇ। ਦੀ ਦਾ ਮਤਲਬ ਹੁੰਦਾ ਹੈ ਯੂ। ਐਵਰ ਦਾ ਮਤਲਬ ਹੁੰਦਾ ਹੈ ਹਮੇਸ਼ਾ। ਵਾਈਡਨ, ਵਾਈਡਨ ਦਾ ਮਤਲਬ ਹੁੰਦਾ ਚੌੜਾ ਹੋਣਾ ਜਾਂ ਫੈਲਣਾ। ਥਾਟ ਸੋਚ। ਐਕਸ਼ਨ ਕਿਰਿਆ ਜਾਂ ਕੰਮ ਕਰਨਾ। ਸੋ ਇਸ ਲਾਈਨ ਦਾ ਮਤਲਬ ਕੀ ਹੋਇਆ, ਜਿੱਥੇ ਕਿ ਆਪਣਾ ਮਨ ਲੀਡ ਕੀਤਾ ਜਾਂਦਾ ਹੈ ਜਾਂ ਗਾਈਡ ਕੀਤਾ ਜਾਂਦਾ ਹੈ, ਜਾਂ ਆਪਣੇ ਮਨ ਨੂੰ ਚਾਨਣਾ ਪਾਈ ਜਾਂਦੀ ਹੈ ਅੱਗੇ ਵੱਲ ਦੀ। ਕਿਹਦੇ ਵੱਲੋਂ? ਤੇਰੇ ਵੱਲੋਂ। ਇੱਥੇ ਤੇਰੇ ਦਾ ਮਤਲਬ ਕੁਛ ਵੀ ਹੋ ਸਕਦਾ ਹੈ। ਉਹ ਰੱਬ ਨੂੰ ਵੀ ਕਹਿ ਸਕਦੇ ਆ, ਪਰ ਰੱਬ ਨੂੰ ਜੇ ਉਹਨਾਂ ਨੇ ਕਹਿਣਾ ਹੁੰਦਾ, ਕਲੀਅਰਲੀ ਕਹਿਣਾ ਹੁੰਦਾ, ਤਾਂ ਉਹ ਇਹਦੀ ਟੀ ਵੱਡੀ ਰੱਖਦੇ। ਜਾਂ ਉਹ ਆਪਣੇ ਗੁਰੂ ਨੂੰ ਵੀ ਕਹਿ ਸਕਦੇ ਆ, ਜਾਂ ਦੇਸ਼ ਨੂੰ ਵੀ ਕਹਿ ਸਕਦੇ ਆ, ਹੈ ਨਾ। ਤਾਂ ਮਤਲਬ ਉਹ ਕਿਸੇ ਵੀ ਆਪਣੇ ਲੀਡਰ ਨੂੰ ਕਿਹਾ ਹੋਇਆ ਹੈਗਾ। ਜਾਂ ਕਿਉਂਕਿ ਪੋਇਮ ਦੇ ਕਦੇ ਵੀ ਆਖਰੀ ਮੀਨਿੰਗ ਨਹੀਂ ਹੁੰਦੇ। ਪੋਇਮ ਦੇ ਮੀਨਿੰਗ ਉਹੀ ਹੁੰਦੇ ਨੇ ਜਿਹੜਾ ਕਿ ਉਹਨੂੰ ਪੜ੍ਹਨ ਵਾਲਾ ਸਮਝਦਾ ਹੈ। ਤਾਂ ਇੱਥੇ ਇਸ ਦਾ ਮਤਲਬ ਪੜ੍ਹਨ ਵਾਲਾ ਵੀ ਹੋ ਸਕਦਾ। ਯੂ ਦਾ ਮਤਲਬ ਜਿਹਨੂੰ ਇਹ ਪੋਇਮ ਐਡਰੈਸ ਕੀਤੀ ਹੋਈ ਹੈ, ਕਿਉਂਕਿ ਇਹ ਮੋਸਟਲੀ ਇਹ ਚਾਂਸ ਨੇ ਕਿ ਇਹ ਪੋਇਮ ਐਡਰੈਸ ਕੀਤੀ ਹੋਈ ਹੈ ਕਿ ਭਾਰਤ ਦੇਸ਼ ਦੇ ਨੌਜਵਾਨਾਂ ਨੂੰ। ਤਾਂ ਇੱਥੇ ਦੀ ਦਾ ਮਤਲਬ ਜਿਹੜੇ ਪੜ੍ਹਨ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਹੈ, ਜਾਣੀ ਕਿ ਤੁਹਾਨੂੰ ਹੈ ਜਾਂ ਮੈਨੂੰ ਹੈ। ਠੀਕ ਹੈ ਜੀ। ਜਿੱਥੇ ਤੁਹਾਡੇ ਵੱਲੋਂ ਮਨ ਨੂੰ ਅਗਾਂਹ ਵਧਾਇਆ ਜਾਵੇ। ਕਿੱਥੇ ਵਧਾਇਆ ਜਾਵੇ? ਐਵਰ ਵਾਈਡਨਿੰਗ ਥਾਟ, ਹਮੇਸ਼ਾ ਫੈਲਣ ਵਾਲਾ ਜਾਂ ਵਧਣ ਵਾਲਾ ਸੋਚ। ਹਮੇਸ਼ਾ ਫੈਲਣ ਵਾਲੀ ਸੋਚ ਅਤੇ ਕਿਰਿਆ। ਜਿੱਥੇ ਤੁਹਾਡੇ ਵੱਲੋਂ ਮਨ ਨੂੰ ਅੱਗੇ ਵਧਾਇਆ ਜਾਵੇ, ਹਮੇਸ਼ਾ ਵਧਣ ਵਾਲੀ ਸੋਚ ਜਾਂ ਹਮੇਸ਼ਾ ਵਧਣ ਵਾਲੇ ਕਾਰਜ ਵੱਲ। ਸੌਖੇ ਸ਼ਬਦਾਂ 'ਚ ਇਸ ਲਾਈਨ ਦਾ ਮਤਲਬ ਹੋਇਆ ਕਿ ਇੱਕ ਇਹੋ ਜਿਹਾ ਪਲੇਸ ਹੋਣਾ ਚਾਹੀਦਾ, ਇਹੋ ਜਿਹਾ ਦੇਸ਼ ਹੋਣਾ ਚਾਹੀਦਾ ਹੈ ਜਿੱਥੇ ਹਮੇਸ਼ਾ ਸੋਚ ਦਾ ਵਾਧਾ ਹੋਣਾ ਚਾਹੀਦਾ, ਜਿੱਥੇ ਕੰਮ ਦਾ ਵਾਧਾ ਹੋਣਾ ਚਾਹੀਦਾ ਹੈ। ਫਿਰ ਹੀ ਉਹ ਦੇਸ਼ ਵਧੀਆ ਹੋਵੇਗਾ ਜਾਂ ਤਰੱਕੀ ਕਰੇਗਾ। ਅਗਲੀ ਲਾਈਨ, ਇਨਟੂ ਦ ਹੈਵਨ ਆਫ ਫਰੀਡਮ ਮਾਈ ਫਾਦਰ ਲੈਟ ਮਾਈ ਕੰਟਰੀ ਅਵੇਕ। ਹੈਵਨ ਸਵਰਗ, ਫਰੀਡਮ ਆਜ਼ਾਦੀ, ਫਾਦਰ ਕੰਟਰੀ ਦੇਸ਼, ਅਵੇਕ ਜਾਗਣਾ। ਹੁਣ ਫਾਦਰ ਦੇ ਨੀਚੇ ਮੈਂ ਅੰਡਰਲਾਈਨ ਕਿਉਂ ਕੀਤਾ? ਕਿਉਂਕਿ ਫਾਦਰ ਦੀ ਐਫ ਵੱਡੀ ਆ, ਤਾਂ ਇਹ ਉਹ ਟੈਗੋਰ ਰੱਬ ਨੂੰ ਕਹਿ ਰਿਹਾ ਹੈ। ਤਾਂ ਇਸ ਲਾਈਨ ਦੇ ਵਿੱਚ ਟੈਗੋਰ ਨੇ ਕਿਹਾ ਹੈ ਕਿ ਹੇ ਮੇਰੇ ਪਿਤਾ, ਹੇ ਮੇਰੇ ਰੱਬਾ, ਮੇਰੇ ਦੇਸ਼ ਨੂੰ ਜਗਾ
ਆਜ਼ਾਦੀ ਦੇ ਸਵਰਗ ਦੇ ਵਿੱਚ। ਮੇਰੇ ਦੇਸ਼ ਨੂੰ ਜਗਾ ਆਜ਼ਾਦੀ ਦੇ ਸਵਰਗ ਦੇ ਵਿੱਚ, ਜਾਣੀ ਕਿ ਮੇਰੇ ਦੇਸ਼ ਨੂੰ ਆਜ਼ਾਦ ਕਰ। ਤਾਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾਈ ਸਕਦੇ ਹੋ ਕਿ ਇਹ ਪੋਇਮ, ਜਿਵੇਂ ਕਿ ਆਪਾਂ ਪਹਿਲਾਂ ਵੀ ਵੇਖਿਆ, ਕਿ 1913 ਦੇ ਵਿੱਚ ਪਬਲਿਸ਼ ਹੋਈ ਸੀ। ਲਿਖੀ ਉਦੋਂ ਥੋੜ੍ਹਾ ਚਿਰ ਪਹਿਲਾਂ ਗਈ ਹੋਣੀ ਆ, ਤਾਂ 1913 ਦੇ ਵਿੱਚ ਇਹ ਪਬਲਿਸ਼ ਹੋਈ ਸੀਗੀ। ਅਤੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ 1913 ਤੋਂ ਪਹਿਲਾਂ ਵੀ ਆਜ਼ਾਦੀ ਘੁਲਾਟੀਆਂ ਦੇ ਜਿਹੜੇ ਵਿਚਾਰ ਨੇ ਉਹ ਦੇਸ਼ ਦੇ ਪ੍ਰਤੀ ਜਾਂ ਦੇਸ਼ ਦੇ ਲੋਕਾਂ ਦੇ ਪ੍ਰਤੀ ਕੀ ਹੋਣਗੇ, ਕੀ ਹੋਏ ਹੋਣਗੇ। ਇੱਕ ਤਰੀਕੇ ਦੇ ਨਾਲ ਇਹ ਪੋਇਮ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਮਰਪਿਤ ਹੈ। ਆਜ਼ਾਦੀ ਘੁਲਾਟੀਆਂ ਦੇ ਸੁਪਨੇ ਕਿਸ ਕਿਸ ਤਰੀਕੇ ਦੇ ਸੀਗੇ। ਤਾਂ ਇਸ ਦੇ ਨਾਲ ਆਪਣੀ ਇਹ ਪੋਇਮ ਪੂਰੀ ਹੋ ਗਈ ਹੈ ਜੀ। ਤਾਂ ਇਸ ਤੋਂ ਬਾਅਦ ਆਪਾਂ ਇਸ ਪੋਇਮ ਦੇ ਨਾਲ ਰਿਲੇਟਡ ਕੁਛ ਗੱਲਾਂ ਹੋਰ ਕਰਾਂਗੇ, ਜਿਵੇਂ ਕਿ ਮੈਂ ਇਹ ਲਿਖਿਆ ਹੈ, ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ ਮੇਜਰ ਇਸ਼ੂਜ਼ ਮਤਲਬ ਇਸ ਦੇ ਵਿੱਚ ਜੋ ਕਿ ਪੁਆਇੰਟ ਚੱਕੇ ਗਏ ਆ, ਜਿਹੜੀਆਂ ਕਿ ਗੱਲਾਂ ਖਾਸ ਕੀਤੀਆਂ ਗਈਆਂ ਨੇ। ਜੇ ਤੁਸੀਂ ਇਹ ਪੋਇਮ ਧਿਆਨ ਨਾਲ ਸੁਣੀ ਆ ਤਾਂ ਤੁਹਾਨੂੰ ਹਾਲੇ ਤੱਕ ਪਤਾ ਲੱਗ ਗਿਆ ਹੋਣਾ। ਫਿਰ ਵੀ ਆਪਾਂ ਇਹ ਗੱਲਾਂ ਕਰਾਂਗੇ। ਤਾਂ ਇਹਦੇ ਵਿੱਚ ਮੇਜਰ ਇਸ਼ੂ ਹਰ ਇੱਕ ਲਾਈਨ ਦੇ ਵਿੱਚ ਹੀ ਨੇ। ਕਿਹੜੇ ਕਿਹੜੇ ਨੇ? ਜਿਵੇਂ ਕਿ ਸਭ ਤੋਂ ਪਹਿਲਾਂ ਉਹਨੇ ਗੱਲ ਕੀਤੀ ਹੈ, ਜੇ ਓਵਰਆਲ ਆਪਾਂ ਗੱਲ ਕਰੀਏ ਤਾਂ ਉਹਨੇ ਪਲੇਸ ਜਾਂ ਕੰਟਰੀ ਦੀ ਗੱਲ ਕੀਤੀ ਹੈ, ਵੀ ਕਿਹੋ ਜਿਹਾ ਦੇਸ਼ ਹੋਣਾ ਚਾਹੀਦਾ ਹੈ, ਜਾਂ ਮੇਰਾ ਦੇਸ਼ ਜਿਹੜਾ ਕਿ ਗੁਲਾਮ ਹੈ ਉਹ ਆਜ਼ਾਦ ਹੋਵੇ। ਅਤੇ ਆਜ਼ਾਦ ਹੋਵੇ, ਹੁਣ ਜਦੋਂ ਕੋਈ ਬੰਦਾ ਆਪਣੇ ਦੇਸ਼ ਲਈ ਕੁਰਬਾਨੀ ਕਰਦਾ ਤਾਂ ਉਹਦੇ ਸੁਪਨੇ ਵੀ ਹੁੰਦੇ ਨੇ ਕਿ ਆਪਣਾ ਦੇਸ਼ ਅੱਗੇ ਜਾ ਕੇ ਕਿਹੋ ਜਿਹਾ ਬਣੇ। ਤਾਂ ਉਹਨਾਂ ਸਾਰੇ ਸੁਪਨਿਆਂ ਦੀ ਇਹ ਤਰਜਮਾਨੀ ਕਰਦੀ ਹੈ ਕਵਿਤਾ। ਸਭ ਤੋਂ ਪਹਿਲਾਂ ਉਹਨੇ ਲਿਖਿਆ, ਪਹਿਲੀ ਲਾਈਨ 'ਚ ਤੁਸੀਂ ਦੇਖਿਆ ਹੋਣਾ, ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ। ਤਾਂ ਜਾਣੀ ਕਿ ਜਿਹੜਾ ਦੇਸ਼ ਹੈ ਉਹ ਫੀਅਰਲੈਸ ਹੋਣਾ ਚਾਹੀਦਾ, ਜਾਂ ਦੇਸ਼ ਦੇ ਲੋਕ ਨੇ ਉਹ ਫੀਅਰਲੈਸ ਜਾਣੀ ਕਿ ਡਰ ਤੋਂ ਮੁਕਤ ਹੋਣੇ ਚਾਹੀਦੇ ਆ, ਨਿਡਰ ਹੋਣੇ ਚਾਹੀਦੇ ਆ। ਫਿਰ ਉਹਨੇ ਕੀ ਗੱਲ ਕੀਤੀ ਆ? ਰਿਸਪੈਕਟ ਦੀ। ਜਿਵੇਂ ਉਹਨੇ ਕਿਹਾ ਸੀ ਆਪਣਾ ਸਿਰ ਝੁਕਿਆ ਰੱਖੋ, ਜਿੱਥੇ ਸਿਰ ਝੁਕਣਾ ਨਹੀਂ ਹੈਗਾ, ਤਾਂ ਹਰ ਇੱਕ ਬੰਦੇ ਦੀ ਰਿਸਪੈਕਟ ਹੋਵੇ, ਭਾਵੇਂ ਕਿ ਉਹ ਗਰੀਬ ਹੋਵੇ, ਭਾਵੇਂ ਕਿ ਉਹ ਅਮੀਰ ਹੋਵੇ, ਭਾਵੇਂ ਕਿ ਉਹ ਕਿਸੇ ਵੀ ਤਰੀਕੇ ਦਾ ਕੰਮ ਕਰਦਾ ਹੋਵੇ। ਤਾਂ ਹਰ ਤਰ੍ਹਾਂ ਦੇ ਬੰਦੇ ਦੀ ਇੱਥੇ ਇੱਜ਼ਤ ਹੋਣੀ ਚਾਹੀਦੀ ਹੈ ਜਦੋਂ ਮੇਰਾ ਭਾਰਤ ਆਜ਼ਾਦ ਹੋਵੇ। ਅਤੇ ਹਾਰਮਨੀ ਜਾਂ ਲਵ ਹੋਵੇ। ਹਾਰਮਨੀ ਹੁੰਦਾ ਹੈ ਸਹਿਚਾਰ, ਲਵ ਤੁਹਾਨੂੰ ਪਤਾ ਹੀ ਹੈ। ਤਾਂ ਲੋਕਾਂ ਦੇ ਵਿੱਚ ਪਿਆਰ ਹੋਵੇ, ਲੋਕ ਵੰਡੇ ਵੇ ਨਾ ਹੋਣ ਫਰੈਗਮੈਂਟਸ ਦੇ ਵਿੱਚ। ਕੀ ਹੈ ਜੀ? ਟਰੁੱਥ, ਸਾਰੇ ਲੋਕ ਟਰੁੱਥ ਬੋਲਣ, ਦੇਸ਼ ਦੇ ਵਿੱਚ ਟਰੁੱਥ ਦਾ ਬੋਲਬਾਲਾ ਹੋਵੇ। ਪ੍ਰੋਗਰੈਸ ਹੁੰਦਾ ਜੀ ਤਰੱਕੀ, ਆਪਣਾ ਦੇਸ਼ ਤਰੱਕੀ ਕਰੇ। ਜਿਵੇਂ ਕਿ ਉਹਨੇ ਪਹਿਲਾਂ ਲਿਖਿਆ ਹੈ, ਰੀਜ਼ਨ ਦੀ ਗੱਲ ਲਿਖੀ ਹੈ ਜਾਂ ਟਰੁੱਥ ਦੀ ਗੱਲ ਲਿਖੀ ਹੈ ਨਾ, ਤਾਂ ਉਹ ਤਰੱਕੀ ਦੀ ਗੱਲ ਕਰ ਰਿਹਾ ਹੈ ਕਿ ਦੇਸ਼ ਤਰੱਕੀਆਂ ਕਰੇ। ਉਹਨੂੰ ਲੱਗਦਾ ਸੀ ਕਿ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ। ਰੀਜ਼ਨ ਜਾਣੀ ਕਿ ਤਰਕ ਜਾਂ ਲੌਜਿਕ, ਤਾਂ ਇੱਥੇ ਹਰ ਇੱਕ ਗੱਲ ਲੌਜਿਕ ਦੇ ਨਾਲ ਕੀਤੀ ਜਾਵੇ। ਅਤੇ
ਜੇ ਆਪਾਂ ਨੂੰ ਸਾਰਿਆਂ ਨੂੰ ਕਲੈਕਟ ਕਰਕੇ ਕਹਿ ਦਈਏ ਤਾਂ ਇਹ ਸਾਰੀ ਗੱਲਾਂ ਫਰੀडम ਦੇ ਵਿੱਚ ਆਉਂਦੀਆਂ ਨੇ। ਤਾਂ ਇਹ ਸੀ ਰਵਿੰਦਰਨਾਥ ਟੈਗੋਰ ਦੀ ਜਿਹੜੀ ਪੋਇਮ ਹੈ ਉਸ ਦੇ ਮੇਜਰ ਇਸ਼ੂ। ਤਾਂ ਉਹ ਚਾਹੁੰਦਾ ਸੀ ਕਿ ਉਸ ਦੇ ਸੁਪਨਿਆਂ ਦਾ ਭਾਰਤ ਹੋਵੇ, ਫੀਅਰਲੈਸ ਹੋਵੇ, ਨਿਡਰ ਹੋਵੇ, ਉੱਥੇ ਹਰ ਇੱਕ ਬੰਦੇ ਦੀ ਇੱਜ਼ਤ ਹੋਵੇ, ਰਿਸਪੈਕਟ ਹੋਵੇ, ਉੱਥੇ ਹਰ ਇੱਕ ਬੰਦੇ ਦਾ ਆਪਸ 'ਚ ਸਹਿਚਾਰ ਹੋਵੇ, ਪਿਆਰ ਹੋਵੇ, ਉੱਥੇ ਸੱਚ ਬੋਲਿਆ ਜਾਂਦਾ ਹੋਵੇ, ਉੱਥੇ ਤਰੱਕੀਆਂ ਹੋਣ ਅਤੇ ਉੱਥੇ ਤਰਕ ਦੀਆਂ ਗੱਲਾਂ ਹੋਣ। ਤਾਂ ਇਹ ਚੀਜ਼ਾਂ ਰਵਿੰਦਰਨਾਥ ਟੈਗੋਰ ਨੇ ਉਸ ਵੇਲੇ ਇਸ ਕਰਕੇ ਲਿਖੀਆਂ ਹੋਣਗੀਆਂ ਕਿ ਉਸ ਵੇਲੇ ਅੰਗਰੇਜ਼ਾਂ ਦੇ ਹੇਠ ਭਾਰਤ ਸੀ ਜੋ ਉਹਦੇ ਵਿੱਚ ਇਹ ਜਿਹੜੇ 6 ਪੁਆਇੰਟ ਨੇ ਜਾਂ ਹੋਰ ਵੀ ਜਿਹੜੇ ਤੁਸੀਂ ਪੁਆਇੰਟ ਪੜ੍ਹ ਕੇ ਕੱਢ ਸਕਦੇ ਹੋ, ਕਿਉਂਕਿ ਹਰ ਇੱਕ ਬੰਦੇ ਨੂੰ ਪੋਇਮ ਦੇ ਅਲੱਗ ਅਲੱਗ ਮੀਨਿੰਗ ਮਿਲ ਸਕਦੇ ਨੇ। ਜਿਹੜੇ ਮੈਂ ਮੀਨਿੰਗ ਕਰਾਏ ਨੇ ਜ਼ਰੂਰੀ ਨਹੀਂ ਉਹੀ ਫਾਈਨਲ ਹੋਣ, ਤੁਹਾਡੇ ਆਪਣੇ ਪਰਸਨਲ ਮੀਨਿੰਗ ਵੀ ਪੋਇਮ ਦੇ ਵਿੱਚੋਂ ਨਿਕਲ ਸਕਦੇ ਨੇ। ਤਾਂ ਉਹ ਟੈਗੋਰ ਸਮਝਦਾ ਸੀ ਕਿ ਇਹ 6 ਤਰ੍ਹਾਂ ਦੀਆਂ ਗੱਲਾਂ ਜਾਂ ਹੋਰ ਜਿਹੜੀਆਂ ਗੱਲਾਂ ਨੇ ਉਹ ਅੰਗਰੇਜ਼ਾਂ ਦੇ ਰਾਜ ਵਿੱਚ ਨਹੀਂ ਸਨ। ਤਾਂ ਇਸ ਕਰਕੇ ਉਹ ਚਾਹੁੰਦਾ ਸੀ ਕਿ ਜਿਹੜਾ ਮੇਰਾ ਦੇਸ਼ ਹੈ ਉਹ ਆਜ਼ਾਦ ਹੋਵੇ ਅਤੇ ਉਸ ਦੇ ਵਿੱਚ ਇਹ ਪੁਆਇੰਟਸ ਹੋਣ। ਪਰ ਜੇ ਹੁਣ ਤੁਸੀਂ ਵੇਖੋ ਕਿ ਹੁਣ ਆਜ਼ਾਦੀ ਮਿਲੇ ਨੂੰ ਕਿੰਨੇ ਹੀ ਸਾਲ ਹੋ ਗਏ ਅਤੇ ਇੰਨੇ ਸਾਲਾਂ ਦੇ ਮਗਰੋਂ ਕੀ ਇਹ ਗੱਲਾਂ ਅੱਜ ਆਪਣੇ ਦੇਸ਼ ਦੇ ਵਿੱਚ ਹੈਗੀਆਂ ਨੇ? ਕੀ ਦੇਸ਼ ਦੇ ਸਾਰੇ ਲੋਕ ਨਿਡਰ ਨੇ? ਕੀ ਇੱਥੇ ਹਰ ਬੰਦੇ ਨੂੰ ਇੱਜ਼ਤ ਮਿਲਦੀ ਹੈ? ਕਿਸੇ ਨਾਲ ਕੋਈ ਫਰਕ ਨਹੀਂ ਰੱਖਿਆ ਜਾਂਦਾ ਜਾਂ ਜਾਤਾਂ ਪਾਤਾਂ 'ਚ ਲੋਕ ਨਹੀਂ ਵੰਡੇ ਹੋਏ ਹਲੇ? ਕੀ ਇੱਥੇ ਸਾਰੇ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਨੇ? ਕੀ ਇੱਥੇ ਸਿਰਫ ਸੱਚ ਹੀ ਬੋਲਿਆ ਜਾਂਦਾ? ਕੀ ਦੇਸ਼ ਤਰੱਕੀਆਂ ਕਰੀ ਜਾਂਦਾ ਹੈ? ਕੀ ਇੱਥੇ ਤਰਕ ਦਾ ਹੀ ਬੋਲਬਾਲਾ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਪੂਰਨ ਤੌਰ 'ਤੇ ਆਜ਼ਾਦ ਹੈ? ਮੈਨੂੰ ਲੱਗਦਾ ਹੈ ਤੁਸੀਂ ਸਾਰੇ ਜਾਣੇ ਇਹਨਾਂ ਗੱਲਾਂ ਦੇ ਜਿਹੜੇ ਉੱਤਰ ਦਿਓਗੇ ਉਹ ਇੱਕ ਤਰੀਕੇ ਦੇ ਨਾਲ ਹੀ ਦਿਓਗੇ। ਤੁਸੀਂ ਕਹੋਗੇ ਕਿ ਆਜ਼ਾਦੀ ਘੁਲਾਟੀਆਂ ਦੇ ਜਿਹੜੇ ਸੁਪਨਿਆਂ ਦਾ ਭਾਰਤ ਹੈ ਉਹ ਸ਼ਾਇਦ ਹਾਲੇ ਪੂਰਾ ਨਹੀਂ ਹੋਇਆ। ਤਾਂ ਇਹੀ ਮਕਸਦ ਹੈ ਤੁਹਾਨੂੰ ਸਿਲੇਬਸ ਦੇ ਵਿੱਚ ਇਹ ਕਵਿਤਾ ਪਾਉਣ ਦਾ। ਕਵਿਤਾ ਦਾ ਕੀ ਨਾਮ ਹੈ? ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ ਬਾਏ ਰਵਿੰਦਰਨਾਥ ਟੈਗੋਰ। ਇਹੀ ਮਕਸਦ ਹੈ ਕਿ ਤੁਸੀਂ ਇਹਨਾਂ ਗੱਲਾਂ 'ਤੇ ਧਿਆਨ ਦਿਓ ਅਤੇ ਦੇਸ਼ ਨੂੰ ਇਹਨਾਂ ਗੱਲਾਂ ਵੱਲ ਲਿਜਾਣ ਦੀ ਕੋਸ਼ਿਸ਼ ਕਰੋ, ਕਿਉਂਕਿ ਬੂੰਦ ਬੂੰਦ ਦੇ ਨਾਲ ਹੀ ਸਮੁੰਦਰ ਬਣਦਾ ਹੈ। ਥੈਂਕ ਯੂ।